ਗੁੱਡ ਈਵਨਿੰਗ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ MSW ਸਟੱਡੀ ਫॉर ਜੌਬ ਦੇ ਵਿੱਚ। ਆਪਣੇ ਕਲਾਸਾਂ ਸੀ ਉਹ UGC ਨੈਟ ਦੇ ਨਾਲ ਚੱਲ ਰਹੀਆਂ ਸੀਗੀਆਂ, ਪੰਜਾਬੀ ਦੇ ਸਿਲੇਬਸ ਦੇ ਨਾਲ। ਕੱਲ ਕਿਸੇ ਕਾਰਨ ਕਰਕੇ ਕਲਾਸ ਆਪਣੀ ਨਹੀਂ ਲੱਗੀ। ਸੋ ਜਿਹੜਾ ਇਸ ਤੋਂ ਪਹਿਲਾਂ ਆਪਣੇ ਲੈਕਚਰ ਬਣ ਚੁੱਕੇ ਨੇ ਜੀ, ਆਪਣੇ ਲੈਕਚਰ ਇਸ ਤੋਂ ਪਹਿਲਾਂ ਬਣ ਚੁੱਕੇ ਨੇ 23 ਲੈਕਚਰ। ਜਿਹੜਾ ਅੱਜ ਦਾ ਆਪਣਾ ਲੈਕਚਰ ਹੋਊਗਾ 24। ਠੀਕ ਹੈ ਜੀ। ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਟੋਟਲ ਆਪਾਂ 25 ਕੁ ਕਲਾਸਾਂ ਜਿਹੜੀ ਤਕਰੀਬਨ ਇਸ ਦੀਆਂ ਪੂਰੀਆਂ ਕਰ ਦਾਂਗੇ। ਉਸ ਤੋਂ ਬਾਅਦ ਜਿਹੜੇ ਆਪਾਂ ਹੋਰ ਸਿਲੇਬਸ ਵਾਈਜ਼ ਕੰਮ ਚੱਕਾਂਗੇ ਇਸ ਦਾ। ਸੋ ਆਓ ਸਟਾਰਟ ਕਰਦੇ ਹਾਂ ਆਪਣੇ ਇਹਦੀ ਨੈਕਸਟ ਵੀਡੀਓ ਦਾ ਫਸਟ ਕੁਐਸਚਨ ਹੈ। ਦੇਖੋ ਇਹਦੇ ਵਿੱਚ ਜਿਹੜੇ ਆਪਣੇ ਵਿਆਕਰਨ ਦੇ ਕੁਐਸਚਨ ਹੋਣਗੇ ਜ਼ਿਆਦਾਤਰ ਉਹੀ ਹੋਣਗੇ, ਕਿਉਂਕਿ ਜਿਹੜੇ ਰਾਈਟਰਾਂ ਦੇ ਨਾਲ ਸੀਗੇ ਉਹ ਤਕਰੀਬਨ ਆਪਣੇ ਪੂਰੇ ਹੋ ਚੁੱਕੇ ਸੀਗੇ। ਦੇਖੋ ਜੇਕਰ ਆਪਾਂ ਸਿਲੇਬਸ ਦੇ ਹਿਸਾਬ ਨਾਲ ਦੇਖੀਏ ਤਾਂ ਜਿਹੜੇ ਕੁਐਸਚਨ ਹੁੰਦੇ ਨੇ ਕਦੇ ਵੀ ਪੂਰੇ ਨਹੀਂ ਹੁੰਦੇ, ਹੈ ਨਾ। ਕੋਈ ਨਾ ਕੋਈ ਹਿੰਟ ਨਿਕਲਦੀ ਰਹਿਣਾ ਗਾ। ਪਰ ਚਲੋ ਅੱਗੇ ਸਟਾਰਟ ਕਰਦੇ ਹਾਂ। ਲਿਪੀ ਕਿਸ ਨੂੰ ਕਹਿੰਦੇ ਹਨ? ਲਿਪੀ ਕਿਸ ਨੂੰ ਕਹਿੰਦੇ ਹਨ? ਸ਼ਬਦਾਂ ਦੇ ਸਮੂਹ ਨੂੰ, ਵਾਚ ਦੇ ਸਮੂਹ ਨੂੰ, ਕਵਿਤਾ ਦੇ ਛੰਦਾਂ ਨੂੰ, ਧੁਨੀਆਂ ਦੇ ਸਮੂਹ ਨੂੰ। ਲਿਪੀ ਕਿਸ ਨੂੰ ਕਹਿੰਦੇ ਹਨ? ਲਿਪੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਲਿਪੀ ਹੁੰਦੀ ਕੀ ਹੈ। ਜਿਵੇਂ ਆਪਣੀ ਗੁਰਮੁਖੀ ਲਿਪੀ ਹੈ, ਹੈ ਨਾ, ਜਿਹੜੀ ਭਾਸ਼ਾ ਦੀ ਅਸਲ ਪਹਿਚਾਣ ਚੀਜ਼ ਹੁੰਦੀ ਹੈ, ਉਸੇ ਨੂੰ ਹੀ ਕੀ ਕਿਹਾ ਜਾਂਦਾ ਗਾ? ਲਿਪੀ ਦਾ ਨਾਮ ਦਿੱਤਾ ਜਾਂਦਾ ਗਾ। ਸੋ ਇਸ ਕੁਐਸਚਨ ਦਾ ਜੋ ਰਾਈਟ ਆਨਸਰ ਬਣਦਾ ਉਹ ਨੰਬਰ 4, ਧੁਨੀਆਂ ਦੇ ਸਮੂਹ ਨੂੰ। ਧੁਨੀਆਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ। ਨੈਕਸਟ ਕੁਐਸਚਨ ਦੇਖੋ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਜਿਹੜੇ ਲਿਪੀ ਬਣਨ ਤੱਕ ਜਿਹੜੇ ਸ਼ਬਦ ਹੁੰਦੇ ਨੇ ਜਾਂ ਅੱਖਰ ਹੁੰਦੇ ਨੇ, ਵਿਅੰਜਨ ਹੁੰਦੇ ਨੇ, ਕਿੰਨਾ ਸਫ਼ਰ ਤੈਅ ਕਰਦੇ ਨੇ, ਹੈ ਨਾ। ਹੁੰਦਾ ਨਾ, ਪਹਿਲਾਂ ਕੀ ਹੁੰਦੇ ਨੇ? ਸ਼ਬਦ ਹੁੰਦੇ ਨੇ, ਫਿਰ ਉਹ ਅੱਗੇ ਜਾ ਕੇ ਅੱਖਰ ਹੁੰਦੇ ਨੇ, ਫਿਰ ਉਹ ਸ਼ਬਦ ਬਣਦੇ ਨੇ, ਧੁਨੀਆਂ ਬਣਦੀਆਂ ਨੇ, ਫਿਰ ਜਾ ਕੇ ਉਹ ਲਿਪੀ ਦਾ ਰੂਪ ਲੈਂਦੇ ਨੇ, ਹੈ ਨਾ। ਨੈਕਸਟ ਕੁਐਸਚਨ ਦੇਖੋ। ਇੰਦਰ ਤੋਂ ਇੰਦਰ ਬਣਨ ਵਿੱਚ ਕਿਹੜਾ ਨਿਯਮ ਕੰਮ ਕਰਦਾ ਹੈ? ਦੇਖੋ ਹੁਣ ਜਿਵੇਂ ਆਪਾਂ ਇੱਕ ਸਿੱਧੀ ਜਿਹੀ ਪੰਜਾਬੀ ਦੇ ਵਿੱਚ ਹੀ ਲਿਖ ਦਿੰਦੇ ਹਾਂ ਇੰਦਰ, 3 ਅੱਖਰਾਂ ਦਾ, ਹੈ ਨਾ। ਈੜੀ ਤੇ ਟਿੱਪੀ, ਦੱਦਾ ਰਾ, ਇੰਦਰ, ਹੈ ਨਾ। ਇਹ ਹੋ ਗਿਆ। ਅਤੇ ਇੱਕ ਆਪਾਂ ਲਿਖਦੇ ਇੰਦਰ ਜਿਹਦੇ ਦੱਦੇ ਦੇ ਪੈਰ ਚਰਾਰਾ ਪੈ ਜਾਂਦਾ, ਹੈ ਨਾ, ਉਹ 2 'ਚ ਹੀ ਬਣ ਜਾਂਦਾ ਗਾ। ਇਹ ਚੀਜ਼ ਬਣਨ ਦੇ ਵਿੱਚ ਕਹਿੰਦੇ ਕਿਹੜਾ ਨਿਯਮ ਕੰਮ ਕਰਦਾ? ਸ਼ਬਦਾਂ ਦਾ ਸੰਜਮੀਕਰਨ, ਵਾਕਾਂ ਦਾ ਸੰਜਮੀਕਰਨ, ਮੁਹਾਵਰਿਆਂ ਦਾ ਸੰਜਮੀਕਰਨ, ਜਾਂ ਸੁਰਾਂ ਦਾ ਸੰਜੋਗੀਕਰਨ। ਨੈੱਟ ਲੈਵਲ ਦੇ ਤੌਰ 'ਤੇ ਜਿਹੜੇ ਇਹੋ ਜਿਹੇ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਨੇ। ਇਸ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਨੰਬਰ 4, ਸੁਰਾਂ ਦਾ ਸੰਜੋਗੀਕਰਨ। ਸੁਰਾਂ ਦਾ ਹੀ ਸੰਜੋਗੀਕਰਨ ਹੁੰਦਾ ਹੈ। ਆਪਣੇ ਪਹਿਲੇ ਜਿਹੜੇ ਸੁਰ ਨੇ, ਸਵਰ ਨੇ, ਕਿਹੜੇ ਨੇ ਉਹ? ਊੜਾ, ਆੜਾ, ਈੜੀ, ਹੈ ਨਾ। ਇਹੀ 3 ਨੇ ਜਿਹੜੇ ਆਪਣੇ ਮੇਨ ਸਵਰ ਨੇ, ਹੈ ਨਾ। ਹੁਣ ਇੱਥੇ ਸਵਰਾਂ ਦਾ ਹੀ ਸੰਜੋਗੀਕਰਨ ਹੁੰਦਾ। ਠੀਕ ਹੈ ਜੀ। ਨੈਕਸਟ ਕੁਐਸਚਨ ਦੇਖੋ। ਛੁੱਟ ਮਰੋੜੀ ਤੋਂ ਕੀ ਭਾਵ ਹੈ? ਛੁੱਟ ਮਰੋੜੀ ਤੋਂ ਕੀ ਭਾਵ ਹੈ? ਅਜਿਹਾ ਚਿੰਨ੍ਹ ਜਿਸ ਦੀ ਵਰਤੋਂ ਛੱਡੇ ਹੋਏ ਹਿੱਸੇ ਨੂੰ ਦਰਸਾਉਂਦੀ ਹੈ। ਪ੍ਰਬਲ ਪ੍ਰਭਾਵ ਪਾਉਣ ਲਈ, ਵਿਆਕਰਨ ਲਈ, ਜਾਂ ਅਰਥ ਪਰਿਵਰਤਨ ਲਈ। ਜਿਹੜੇ ਛੁੱਟ ਮਰੋੜੀ ਅਜਿਹੇ ਟੌਪਿਕ ਨੇ ਨਾ, ਇਹ ਆਪਾਂ ਨੂੰ 6ਵੀਂ ਕਲਾਸ ਤੋਂ ਹੀ ਸਟਾਰਟ ਹੋ ਜਾਂਦੇ ਨੇ, ਕਿਉਂਕਿ ਇਹੀ ਆਪਣੇ ਜਿਹੜੇ ਵਿਆਕਰਨ ਦਾ ਮੇਨ ਬੇਸ ਹੁੰਦੀਆਂ ਨੇ ਚੀਜ਼ਾਂ। ਇਹ ਕਿ ਆਪਾਂ ਨੂੰ ਛੋਟੇ ਤੋਂ ਹੀ ਸਿਖਾਈਆਂ ਜਾਂਦੀਆਂ ਨੇ ਇਹ। ਹੁਣ ਦੇਖੋ ਛੁੱਟ ਮਰੋੜੀ ਤੋਂ ਕੀ ਭਾਵ ਹੈ? ਨੰਬਰ 1 ਜਿਹੜਾ ਰਾਈਟ ਆਨਸਰ ਇਸ ਦਾ ਇਹੀ ਬਣਦਾ, ਅਜਿਹਾ ਚਿੰਨ੍ਹ ਜਿਸ ਦੀ ਵਰਤੋਂ ਛੱਡੇ ਹੋਏ ਹਿੱਸੇ ਨੂੰ ਦਰਸਾਉਂਦੀ ਹੈ। ਹੁਣ ਦੇਖੋ ਛੱਡੇ ਹੋਏ ਹਿੱਸੇ ਨੂੰ ਕਿਵੇਂ ਦਰਸਾਉਂਦੇ? ਇੱਕ ਅੱਗੇ ਕੁਐਸਚਨ ਹੈ ਇਸਦਾ, ਉਹ ਦੇਖੋ। ਕੱਕੇ ਦੀ ਧੁਨੀ ਕਿਹੜਾ ਵਿਅੰਜਨ ਹੈ? ਕੱਕੇ ਦੀ ਧੁਨੀ ਕਿਹੜਾ ਵਿਅੰਜਨ ਹੈ? ਮੁਰਧੁਨੀ ਹੈ, ਕੰਠੀ ਹੈ, ਤਾਲਵੀ ਹੈ, ਜਾਂ ਨਾਸਕੀ ਹੈ? ਬੋਲ ਕੇ ਦੇਖ ਸਕਦੇ ਤੁਸੀਂ। ਕੱਕਾ, ਕੱਖਾ, ਗੱਗਾ, ਘੱਗਾ, ਹੈ ਨਾ। ਤਾਂ ਇਹ ਕਿਹੜੀ ਧੁਨੀ ਹੈ? ਕੰਠੀ ਧੁਨੀ ਹੈ। ਕੰਠੀ ਧੁਨੀ ਹੈ ਇਹ। ਕ ਵਰਗ ਦੇ ਵਿੱਚ ਆਉਂਦਾ ਕੱਕਾ, ਕ ਵਰਗ ਦੇ ਵਿੱਚ। ਠੀਕ ਹੈ ਜੀ। ਨੈਕਸਟ ਦੇਖੋ। ਹੁਣ ਦੇਖੋ ਇਹ ਉਸੇ ਤਰ੍ਹਾਂ ਦਾ ਕੁਐਸਚਨ ਆ ਗਿਆ, ਛੁੱਟ ਮਰੋੜੀ ਵਾਲਾ। ਜਦੋਂ ਵਿੱਚੋਂ ਨੂੰ ਚੋਂ ਰੂਪ ਵਿੱਚ ਲਿਖਿਆ ਜਾਵੇ ਤਾਂ ਕਿਹੜਾ ਨਿਯਮ ਲਾਗੂ ਹੁੰਦਾ ਹੈ? ਬਹੁਤ ਈਜ਼ੀ ਕੁਐਸਚਨ, ਤੁਸੀਂ ਆਨਸਰ ਵੀ ਸੋਚ ਲਿਆ ਹੋਵੇਗਾ ਇਸ ਦਾ। ਹੁਣ ਦੇਖੋ ਜਿਵੇਂ ਇੱਥੇ ਵਿੱਚੋਂ ਲਿਖਿਆ ਹੋਇਆ, ਹੈ ਨਾ, ਵਿੱਚੋਂ ਕਿਵੇਂ ਪੈਂਦਾ ਆਪਣਾ? ਮੇਰੀ ਹੈਂਡ ਰਾਈਟਿੰਗ ਬਹੁਤ ਗੰਦੀ ਹੈ। ਵਿੱਚੋਂ ਕਿਵੇਂ ਲਿਖਿਆ ਜਾਂਦਾ? ਠੀਕ ਹੈ ਜੀ। ਇਹ ਵਿੱਚੋਂ ਹੋ ਗਿਆ। ਹੁਣ ਇਹਦੇ ਵਿੱਚੋਂ ਜੇਕਰ ਆਪਾਂ ਸਿਰਫ ਚੱਚੇ ਨੂੰ ਹੋੜਾ ਰੱਖ ਲਈਏ, ਉਹ ਕੱਟਤਾ ਆਪਾਂ ਵਾਵੇ ਵਾਲੀ ਸਾਈਡ, ਹੈ ਨਾ, ਤਾਂ ਇਹ ਹੋ ਗਿਆ। ਇਸ ਦੇ ਕੌਮੇ ਲੱਗ ਜਾਣੇ ਦੋਨੇ ਪਾਸੇ। ਜਦੋਂ ਇਹ ਚੀਜ਼ ਰਹਿ ਜਾਂਦੀ ਤਾਂ ਕਿਹੜਾ ਨਿਯਮ ਕੰਮ ਕਰਦਾ ਗਾ? ਸ਼ਬਦ ਪਰਿਵਰਤਨ, ਵਿਅੰਜਨ ਪਰਿਵਰਤਨ, ਸਮੀਕਰਨ, ਜਾਂ ਛੁੱਟ ਮਰੋੜੀ ਦਾ ਨਿਯਮ।
ਤਾਂ ਇਸ ਕੁਐਸਚਨ ਦਾ ਕੀ ਰਾਈਟ ਆਂਸਰ ਬਣਦਾ? ਨੰਬਰ 4 ਛੁੱਟ ਮਰੋੜੀ। ਇਹ ਛੁੱਟ ਮਰੋੜੀ ਦਾ ਭਾਵ ਕਿ ਜਦੋਂ ਸ਼ਬਦ ਨੂੰ ਅੱਧਾ ਕਰਕੇ ਲਿਖਿਆ ਜਾਂਦਾ ਹੈ ਨਾ, ਜਿਹਦਾ ਅਰਥ ਵੀ ਨਿਕਲਦਾ ਹੋਏ, ਇਹ ਨਾ ਹੋਵੇ ਕਿ ਜਿਹੜੀ ਚੀਜ਼ ਦਾ ਅਰਥ ਵੀ ਨਾ ਨਿਕਲਦਾ ਹੋਵੇ ਵੈਸੇ ਹੀ ਆਪਾਂ ਆਪਦੇ ਹਿਸਾਬ ਨਾਲ ਲਿਖ ਦਈਏ। ਹੁਣ ਆਪਾਂ ਤਾਂ ਵਿਗਿਆਨੀ ਨਹੀਂ ਬਣ ਸਕਦੇ, ਜਿਨ੍ਹਾਂ ਨੇ ਵਿਆਕਰਨ ਦੀ ਸਾਜਨਾ ਕੀਤੀ ਉਹਨਾਂ ਨੂੰ ਹੀ ਸਭ ਗੱਲਾਂ ਦਾ ਜਿਹੜਾ ਗਿਆਨ ਸੀ, ਉਹਨਾਂ ਨੇ ਇਹ ਸਭ ਕੁਝ ਕੀਤਾ ਹੋਇਆ। ਠੀਕ ਹੈ ਜੀ। ਨੈਕਸਟ ਕੁਐਸਚਨ, ਪੰਜਾਬੀ ਦੇ ਪ੍ਰਧਾਨ ਸਵਰ ਕਿਹੜੇ ਹਨ? ਦੇਖੋ ਆਪਾਂ ਪਹਿਲਾਂ ਵੀ ਕਰਕੇ ਗਏ ਹਾਂ, ਕੱਕਾ, ਖੱਖਾ, ਗੱਗਾ, ਚੱਚਾ, ਛੱਛਾ, ਜੱਜਾ, ਊੜਾ, ਆੜਾ, ਈੜੀ। ਇਹ ਤਾਂ ਬਹੁਤ ਈਜ਼ੀ ਕੁਐਸਚਨ ਹੈ। ਪੰਜਾਬੀ ਦੇ ਜਿਹੜੇ ਪ੍ਰਧਾਨ ਸਵਰ ਕਿਹੜੇ ਨੇ? ਊੜਾ, ਆੜਾ, ਈੜੀ। ਇਹ ਮੇਨ ਹੀ 3 ਨੇ, ਊੜਾ, ਆੜਾ, ਈੜੀ। ਸਵਰ ਦਾ ਮਤਲਬ ਹੁੰਦਾ, ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਨਹੀਂ ਕਹਿੰਦੇ ਵਾਵਲ ਸ਼ਬਦ ਕਿਹੜੇ ਹੁੰਦੇ ਨੇ ਨਾ, ਉਸੇ ਤਰ੍ਹਾਂ ਇਹ ਆਪਣੇ ਪੰਜਾਬੀ ਦੇ ਕਿਹੜੇ ਨੇ? ਇਹ ਵਾਵਲ ਨੇਗੇ। ਠੀਕ ਹੈ ਜੀ। ਨੈਕਸਟ ਕੁਐਸਚਨ ਦੇਖੋ, ਦੁਬਿੰਦੀ ਤੋਂ ਕੀ ਭਾਵ ਹੈ? ਜਿਵੇਂ ਆਪਾਂ 2 ਬਿੰਦੀਆਂ ਪਾ ਦਿੰਦੇ ਹਾਂ ਇਸ ਤਰ੍ਹਾਂ, ਕੋਈ ਗੱਲ ਕਰਦੇ 2 ਬਿੰਦੀਆਂ ਪਾ ਦਿੰਦੇ ਹਾਂ। ਜੋ ਸ਼ਬਦਾਂ ਨੂੰ ਸੰਖੇਪ ਕਰੇ, ਜੋ ਚਿੰਨ੍ਹ ਮਾਤਰ ਹੋਵੇ, ਜੋ ਅਰਥ ਪੈਦਾ ਕਰੇ, ਜਾਂ ਕੋਈ ਵੀ ਨਹੀਂ। ਜੋ ਸ਼ਬਦਾਂ ਨੂੰ ਸੰਖੇਪ ਕਰੇ, ਭਾਵ ਕਿ ਪੂਰਾ ਖੋਲ ਕੇ ਦੱਸੇ, ਹੈ ਨਾ, ਉਸ ਚੀਜ਼ ਨੂੰ ਕਿਹਾ ਜਾਂਦਾ ਸੰਖੇਪ ਕਰੇ। ਉਪਭਾਸ਼ਾ ਤੋਂ ਕੀ ਭਾਵ ਹੈ? ਜੋ ਸਾਰੇ ਸੂਬੇ ਵਿੱਚ ਬੋਲੀ ਜਾਂਦੀ ਹੈ, ਜੋ ਕੇਵਲ ਸਥਾਨਕ ਹੋਵੇ, ਜੋ ਦੇਸ਼ ਤੋਂ ਬਾਹਰ ਬੋਲੀ ਜਾਂਦੀ ਹੋਵੇ, ਜਾਂ ਕੋਈ ਵੀ ਨਹੀਂ। ਹੁਣ ਦੇਖੋ, ਇੱਕ ਤਾਂ ਹੁੰਦੀ ਹੈ ਇਕੱਲੀ ਭਾਸ਼ਾ। ਮੇਰੀ ਗੱਲ ਨੂੰ ਥੋੜ੍ਹਾ ਧਿਆਨ ਨਾਲ ਸੁਣਨਾ। ਇਸ ਟੌਪਿਕ ਦੇ ਉੱਪਰ ਜਦੋਂ ETT ਦੇ ਸਿਲੇਬਸ ਦਾ ਕੰਮ ਕਰਵਾਇਆ ਸੀ ਨਾ, ਮੈंने ਬਹੁਤ ਵਧੀਆ ਦਿੱਤਾ ਹੋਇਆ ਸੀ ਉਸ ਦੇ ਉੱਪਰ। ਇੱਕ ਤਾਂ ਹੁੰਦੀ ਹੈ ਇਕੱਲੀ ਭਾਸ਼ਾ, ਜਿਵੇਂ ਆਪਾਂ ਕਹਿ ਦਈਏ ਆਪਾਂ ਕਿਹੜੀ ਭਾਸ਼ਾ ਬੋਲਦੇ ਹਾਂ? ਪੰਜਾਬੀ ਬੋਲਦੇ ਇਸ ਤਾਂ, ਹੈ ਨਾ, ਇਹ ਸਿਰਫ ਭਾਸ਼ਾ ਹੋਊਗੀ। ਹੁਣ ਜੇਕਰ ਕੋਈ ਆਪਾਂ ਨੂੰ ਇੱਥੇ ਇਹ ਬੋਲ ਪਏ ਕਿ ਤੁਹਾਡੀ ਉਪਭਾਸ਼ਾ ਕਿਹੜੀ ਹੈ, ਉੱਥੇ ਵੀ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਪੰਜਾਬੀ ਹੈ। ਪੰਜਾਬੀ ਦੇ ਵੀ ਅਲੱਗ-ਅਲੱਗ ਨਾਮ ਦਿੱਤੇ ਹੋਏ ਨੇ ਅੱਗੇ ਆਪਣੇ। ਪੰਜਾਬੀ ਦੇ ਵੀ ਕੀ ਨੇ ਆਪਣੇ? ਅਲੱਗ-ਅਲੱਗ ਵੰਡ ਕੀਤੀ ਹੋਈ ਹੈ। ਕੀ ਵੰਡ ਹੈ? ਮਾਝੀ ਹੈ, ਮਲਵਈ ਹੈ, ਪੋਠੋਹਾਰੀ ਹੈ, ਜਾਂ ਦੁਆਬੀ ਹੈ, ਉਹ ਚੀਜ਼ ਦੀ ਗੱਲ ਕਰ ਰਹੀ ਹਾਂ ਮੈਂ। ਠੀਕ ਹੈ ਜੀ। ਹੁਣ ਦੇਖੋ, ਪੰਜਾਬੀ ਤਾਂ ਕਾਮਨ ਸਾਰੇ ਪਾਸੇ ਬੋਲੀ ਜਾਂਦੀ ਹੈ ਨਾ। ਹੁਣ ਆਪਣੇ ਏਰੀਏ ਦੀ ਕਿਹੜੀ ਹੋ ਗਈ? ਮਲਵਈ ਹੋ ਗਈ, ਹੋਰ ਪਾਸੇ ਮਾਝੀ ਹੋ ਗਈ। ਉਸ ਚੀਜ਼ ਦੀ ਗੱਲ ਕਰਦੇ ਨੇ ਕਿ ਜਿਹੜੀ ਉਪਭਾਸ਼ਾ ਕੀ ਹੁੰਦੀ ਹੈ? ਜੋ ਕੇਵਲ ਸਥਾਨਕ ਹੋਵੇ, ਭਾਵ ਜਿਹੜੀ ਇੱਕ ਸਥਾਨ ਦੇ ਉੱਪਰ ਹੀ ਬੋਲੀ ਜਾਂਦੀ ਹੋਵੇ। ਜਿਵੇਂ ਆਪਣੇ ਏਰੀਏ ਦੇ ਵਿੱਚ ਕਿਹੜੀ ਬੋਲੀ ਜਾਂਦੀ ਹੈ? ਮਲਵਈ, ਹੈ ਨਾ। ਪਹਾੜੀ ਏਰੀਏ ਦੇ ਵਿੱਚ ਪੋਠੋਹਾਰੀ ਹੋ ਗਈ, ਹੋਰ ਭਾਸ਼ਾ ਬੋਲੀ ਜਾਂਦੀ ਹੋਊਗੀ। ਠੀਕ ਹੈ ਜੀ, ਉਸ ਚੀਜ਼ ਦੀ ਗੱਲ ਹੈ। ਨੈਕਸਟ ਕੁਐਸਚਨ ਦੇਖੋ, ਇਹ ਭਾਸ਼ਾ ਜਿਹੜੀ ਇੱਕ ਚੀਜ਼ ਹੋਰ ਸੀ ਕਿ 12 ਕੋਹਾਂ ਦੇ ਕੀ ਹੋਏ ਨੇ? ਬੋਲੀ ਬਦਲ ਜਾਂਦੀ ਹੈ ਨਾ। ਨੈਕਸਟ ਕੁਐਸਚਨ ਦੇਖੋ, ਤਤਸਮ ਸ਼ਬਦ ਕੀ ਹੁੰਦੇ ਹਨ? ਤਤਸਮ ਸ਼ਬਦ ਕੀ ਹੁੰਦੇ ਹਨ? ਜਿਨ੍ਹਾਂ ਸ਼ਬਦਾਂ ਦਾ ਰੂਪ ਨਹੀਂ ਬਦਲਦਾ, ਜੋ ਰੂਪ ਬਦਲਾਉਂਦੇ ਨੇ, ਜਾਂ ਜਿਨ੍ਹਾਂ ਦੇ ਅਰਥਾਂ ਵਿੱਚ ਪਰਿਵਰਤਨ ਹੁੰਦਾ ਹੈ, ਜਾਂ ਕੋਈ ਵੀ ਨਹੀਂ। ਦੇਖੋ, ਇੱਕ ਹੁੰਦੇ ਨੇ ਤਤਸਮ, ਇੱਕ ਹੁੰਦੇ ਨੇ ਤਦਭਵ, ਹੈ ਨਾ। ਇਹ ਸ਼ਬਦ ਨੇ ਜੋ ਪੰਜਾਬੀ ਦੇ ਵਿੱਚ ਵਰਤੇ ਜਾਂਦੇ ਨੇ। ਦੇਖੋ, ਉਹ ਸ਼ਬਦ ਉਹ ਸ਼ਬਦ ਜਿਹੜੇ ਅਰਬੀ, ਫਾਰਸੀ ਅਤੇ ਅੰਗਰੇਜ਼ੀ ਦੇ ਵਿੱਚ ਉਹੀ ਰੂਪ ਰੱਖਦੇ ਨੇ ਜਿਹੜੇ ਪੰਜਾਬੀ ਦੇ ਵਿੱਚ ਹੁੰਦੇ ਨੇ, ਹੈ ਨਾ। ਹੁਣ ਦੇਖੋ, ਮੇਨ ਜੀ ਗੱਲ ਹੈ, ਜਿਵੇਂ ਆਪਾਂ ਕਹਿ ਦਈਏ ਡਾਕਟਰ, ਹੈ ਨਾ, ਡਾਕਟਰ ਕਹਿਣਾ ਹੋਵੇ ਆਪਾਂ ਨੇ, ਤਾਂ ਉਹ ਇੰਗਲਿਸ਼ ਦੇ ਵਿੱਚ ਵੀ ਡਾਕਟਰ ਹੀ ਹੋਊਗਾ। ਹੋ ਸਕਦਾ ਬੋਲਣ ਦੇ ਵਿੱਚ ਜਿਵੇਂ ਡਾਕਟਰ ਕਹਿ ਦਈਏ ਆਪਾਂ, ਪਰ ਪੰਜਾਬੀ ਦੇ ਵਿੱਚ ਡਾਕਟਰ ਹੁੰਦਾ ਨਾ। ਪਰ ਉਹ ਰੂਪ ਜ਼ਿਆਦਾ ਤਾਂ ਨਹੀਂ ਬਦਲਦੇ ਹੈਗੇ। ਜੇਕਰ ਆਪਾਂ ਲਿਖਣਾ ਹੋਵੇ, ਇੱਕ ਹੋਰ ਹੁੰਦੀ ਹੈ ਕਾਲਰ, ਲਿਖਣਾ ਹੋਵੇ ਪੰਜਾਬੀ ਦੇ ਵਿੱਚ ਵੀ ਉਹੀ ਹੋਊਗਾ, ਇੰਗਲਿਸ਼ ਦੇ ਵਿੱਚ ਵੀ ਉਹੀ ਹੋਊਗਾ। ਹੁੰਦੀ ਤਾਂ ਕਾਮਨ ਚੀਜ਼ ਹੈ ਨਾ, ਉਹ ਚੀਜ਼ ਹੋਊਗੀ। ਜਿਵੇਂ ਸਲਾਮ ਹੋ ਗਿਆ, ਹੈ ਨਾ, ਉਹ ਚੀਜ਼ਾਂ। ਜਿਵੇਂ ਟੈਨਿਸ ਖੇਡ ਲਾ ਲਓ, ਉਹ ਵੀ ਕੀ ਹੋ ਗਈ? ਪੰਜਾਬੀ ਦੇ ਵਿੱਚ ਵੀ ਉਹੀ ਬੋਲੀ ਜਾਊਗੀ ਅਤੇ ਇੰਗਲਿਸ਼ ਦੇ ਵਿੱਚ ਵੀ ਉਹੀ। ਭਾਵ ਕਿ ਉਹ ਰੂਪ ਉਹ ਸ਼ਬਦ ਜਿਨ੍ਹਾਂ ਦਾ ਰੂਪ ਨਹੀਂ ਬਦਲਦਾ, ਉਹਨਾਂ ਨੂੰ ਕੀ ਕਿਹਾ ਜਾਂਦਾ ਗਾ? ਤਤਸਮ ਸ਼ਬਦ ਕਿਹਾ ਜਾਂਦਾ। ਠੀਕ ਹੈ ਜੀ, ਗੱਲ ਕਲੀਅਰ ਹੋ ਗਈ ਹੋਊਗੀ। ਨੈਕਸਟ ਕੁਐਸਚਨ ਦੇਖੋ, ਇੱਥੇ ਜਿਨ੍ਹਾਂ ਦਾ ਰੂਪ ਨਹੀਂ ਬਦਲਦਾ। ਤਦਭਵ ਸ਼ਬਦ ਕਿਹੜੇ ਹੁੰਦੇ ਨੇ? ਜਿਨ੍ਹਾਂ ਦਾ ਰੂਪ ਬਦਲ ਜਾਂਦਾ ਹੈ, ਜੋ ਰੂਪ ਨਹੀਂ ਬਦਲਦੇ, ਅਰਥ ਪਰਿਵਰਤਨ ਹੁੰਦਾ, ਜਾਂ ਕੋਈ ਵੀ ਨਹੀਂ। ਇੱਥੇ ਦੇਖੋ ਸਿੱਧਾ ਜਿਹਾ, ਜਿਨ੍ਹਾਂ ਦਾ ਰੂਪ ਬਦਲ ਜਾਂਦਾ ਹੈ, ਠੀਕ ਹੈ ਜੀ। ਨੈਕਸਟ ਦੇਖੋ, ਅਰਧ ਤਤਸਮ ਸ਼ਬਦ ਕਿਹੜੇ ਹੁੰਦੇ ਹਨ? ਜੋ ਅਰਥ ਬਦਲਦੇ ਨੇ, ਜੋ ਨਹੀਂ ਬਦਲਦੇ, ਜਾਂ ਜਿਨ੍ਹਾਂ ਦਾ ਸਿਰਫ ਅੱਧਾ ਰੂਪ ਬਦਲਦਾ ਹੈ, ਜਾਂ ਕੋਈ ਵੀ ਨਹੀਂ। ਅਰਧ ਤਤਸਮ ਕਿਹੜੇ ਹੁੰਦੇ ਨੇ? ਅਰਧ ਤਤਸਮ ਸ਼ਬਦ ਕਿਹੜੇ ਹੁੰਦੇ ਨੇ? ਦੇਖੋ, ਇਹ ਉਹ ਸ਼ਬਦ ਨੇ ਜੀ ਜਿਨ੍ਹਾਂ ਦਾ ਅੱਧਾ ਰੂਪ ਬਦਲਦਾ ਹੈ। ਸ਼ੁਰੂ ਤੋਂ ਹੀ ਅਰਧ ਲਿਖਿਆ ਹੋਇਆ ਹੈ ਨਾ, ਜਿਨ੍ਹਾਂ ਦਾ ਅਰਧ ਸ਼ਬਦ ਬਦਲਦਾ ਗਾ। ਠੀਕ ਹੈ। ਨੈਕਸਟ ਕੁਐਸਚਨ ਦੇਖੋ, ਜੋੜਨੀ ਤੋਂ ਕੀ ਭਾਵ ਹੈ? ਜੋ ਵਾਕਾਂ ਨੂੰ ਜੋੜਦੀ ਹੈ, ਅਰਥਾਂ ਨੂੰ ਜੋੜਦੀ ਹੈ, 2 ਸਮਾਸੀ ਸ਼ਬਦਾਂ ਨੂੰ ਜੋੜਦੀ ਹੈ, ਜਾਂ ਕੋਈ ਵੀ ਨਹੀਂ।
ਇਸ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਨੰਬਰ 3, ਜੋ ਦੋ ਸਮਾਸੀ ਸ਼ਬਦਾਂ ਨੂੰ ਜੋੜੇ ਉਸ ਨੂੰ ਕੀ ਕਿਹਾ ਜਾਂਦਾ ਹੈਗਾ? ਜੋੜਨੀ ਕਿਹਾ ਜਾਂਦਾ ਹੈਗਾ। ਠੀਕ ਹੈ ਜੀ। ਨੈਕਸਟ ਕੁਐਸਚਨ ਦੇਖੋ, ਚਾਕੂ ਤੋਂ ਕਾਚੂ ਬਣਨ ਵਿੱਚ ਕਿਹੜਾ ਨਿਯਮ ਲਾਗੂ ਹੁੰਦਾ ਹੈ? ਜਿਵੇਂ ਆਪਣੇ ਆਮ ਬੋਲਿਆ ਜਾਂਦਾ ਹੈ ਨਾ, ਚਾਕੂ ਬੋਲਦੇ ਬੋਲਦੇ ਕੀ ਬੋਲਦੇ ਨੇ ਬੱਚੇ ਬੋਲਦੇ ਨੇ, ਜਾਂ ਕੋਈ ਕਿਸੇ ਨੂੰ ਆਪਾਂ ਸੁਣਿਆ ਹੁੰਦਾ ਕਿ ਚਾਕੂ ਤੋਂ ਕੀ ਬਣਾਉਂਦੇ, ਸਿੱਧਾ ਕਾਚੂ ਬਣਾਉਂਦੇ ਨੇ ਨਾ। ਅਰਥਾਂ ਦਾ ਪਰਿਵਰਤਨ ਹੁੰਦਾ, ਧੁਨੀਆਂ ਦਾ ਆਦਾਨ ਪ੍ਰਦਾਨ ਹੁੰਦਾ, ਸ਼ਬਦਾਂ ਦਾ ਵਟਾਂਦਰਾ ਹੁੰਦਾ, ਜਾਂ ਕੋਈ ਵੀ ਨਹੀਂ। ਦੇਖੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਨੰਬਰ 2, ਧੁਨੀਆਂ ਦਾ ਆਦਾਨ ਪ੍ਰਦਾਨ। ਧੁਨੀਆਂ ਦਾ ਆਦਾਨ ਪ੍ਰਦਾਨ ਹੁੰਦਾ, ਭਾਵ ਕਿ ਬੋਲਣ ਦੇ ਵਿੱਚ ਥੋੜ੍ਹਾ ਜਿਹਾ ਫਰਕ ਪਾਉਂਦੇ ਨੇ। ਉਹ ਚਾਕੂ ਤੋਂ ਕਾਚੂ ਬਣਾਉਂਦੇ ਨੇ, ਕੱਕੇ ਨੂੰ ਚੱਕ ਕੇ ਅੱਗੇ ਲਾਉਂਦੇ ਨੇ। ਠੀਕ ਹੈ ਜੀ। ਨੈਕਸਟ ਕੁਐਸਚਨ ਦੇਖੋ, ਉਪਸਰਗ ਤੋਂ ਕੀ ਭਾਵ ਹੈ? ਉਪਸਰਗ ਤੋਂ ਕੀ ਭਾਵ ਹੈ? ਕਿਰਿਆ, ਸਵਰਗ ਹੈ, ਅਗੇਤਰ ਹੈ, ਜਾਂ ਕੋਈ ਵੀ ਨਹੀਂ। ਉਪਸਰਗ ਤੋਂ ਕੀ ਭਾਵ ਹੈ? ਉਪਸਰਗ ਤੋਂ ਭਾਵ ਹੁੰਦਾ ਜੀ ਅਗੇਤਰ। ਉਪਸਰਗ ਤੋਂ ਕੀ ਭਾਵ ਹੁੰਦਾ ਹੈ? ਅਗੇਤਰ। ਉਪਸਰਗ ਦਾ ਮਤਲਬ ਕੀ ਹੁੰਦਾ ਗਾ? ਅਗੇਤਰ ਸ਼ਬਦ ਦੇ ਅੱਗੇ ਕੁਝ ਲਗਾ ਕੇ ਅਗੇਤਰ ਬਣਾਇਆ ਜਾਂਦਾ ਹੈ। ਠੀਕ ਹੈ ਜੀ। ਜਿਵੇਂ ਅਣ, ਅਣ, ਜਿਵੇਂ ਆੜਾ ਨੰਨਾ ਅਨ, ਆੜਾ ਨਾਣਾ ਅਣ, ਇਹਨਾਂ ਦੇ ਅੱਗੇ ਲਗਾ ਕੇ ਆਪਾਂ ਪਿੱਛੇ ਹੋਰ ਕੁਝ ਵੀ ਲਿਖ ਸਕਦੇ। ਦੇਖੋ ਜਿਵੇਂ ਆੜਾ ਨੰਨਾ ਗਾ, ਆੜਾ ਨੰਨਾ ਲਗਾ ਕੇ ਆਪਾਂ ਇਹਦੇ ਪਿੱਛੇ ਕੀ ਲਿਖਾਂਗੇ? ਅਨਸ਼ਿਕਾਰ ਜਾਂ ਅਨੰਤਰ, ਹੈ ਨਾ, ਜਾਂ ਅਨੰਤ। ਠੀਕ ਹੈ। ਥੋੜ੍ਹੀ ਮੈਂ ਐਗਜ਼ਾਮਪਲ ਦਿੱਤੀ ਤੁਹਾਨੂੰ ਇਹ। ਬਾਕੀ ਜਿਹੜੇ ਅਗੇਤਰ ਪਿਛੇਤਰ ਹੁੰਦੇ ਨੇਗੇ ਦੇਖਣ ਦੇ ਵਿੱਚ ਤਾਂ ਈਜ਼ੀ ਹੁੰਦੇ ਨੇ, ਪਰ ਜਦੋਂ ਪੇਪਰ ਦੇ ਵਿੱਚ ਆ ਜਾਂਦੇ ਨੇ ਕਈ ਵਾਰੀ ਆਪਾਂ ਜਿਹੜੇ ਇਹ ਜਿਹੇ ਕਾਮਨ ਜਿਹੇ ਕੁਐਸਚਨ ਹੁੰਦੇ ਨੇ ਉਹਨਾਂ ਨੂੰ ਵੀ ਗਲਤ ਕਰ ਲੈਂਦੇ ਹਾਂ, ਹੈ ਨਾ। ਨੈਕਸਟ ਕੁਐਸਚਨ ਦੇਖੋ, ਸਿਉਸਰ ਦੇ ਲਾਂਗ ਤੋਂ ਕੀ ਭਾਵ ਹੈ? ਇੱਕ ਹੁੰਦਾ ਲਾਂਗ, ਇੱਕ ਹੁੰਦੀ ਹੈ ਪੈਰੋਲ, ਹੈ ਨਾ। ਜਦੋਂ ਅਚੇਤਨ ਨੇਮ ਯੁਕਤਾਂ ਨੂੰ ਆਧਾਰ ਬਣਾ ਲਿਆ ਜਾਵੇ, ਜਦੋਂ ਚੇਤਨ ਹੀ ਨੇਮ ਯੁਕਤਾਂ ਨੂੰ ਆਧਾਰ ਬਣਾਇਆ ਜਾਵੇ, ਜਦੋਂ ਧੁਨੀਆਂ ਨੂੰ ਵਿਸਥਾਰ ਦਿੱਤਾ ਜਾਵੇ, ਕੋਈ ਵੀ ਨਹੀਂ। ਲਾਂਗ ਤੋਂ ਕੀ ਭਾਵ ਹੈ? ਇਸ ਕੁਐਸਚਨ ਦਾ ਜੋ ਰਾਈਟ ਆਨਸਰ ਬਣਦਾ ਜੀ ਉਹ ਨੰਬਰ 2, ਜਦੋਂ ਅਚੇਤਨ ਹੀ ਨੇਮ ਯੁਕਤਾਂ ਨੂੰ ਆਧਾਰ ਬਣਾਇਆ ਜਾਂਦਾ ਹੈ। ਜਦੋਂ ਚੇਤਨ, ਭਾਵ ਕਿ ਇੱਕ ਹੁੰਦਾ, ਤੁਸੀਂ ਉਹ ਪੜ੍ਹਿਆ ਹੋਵੇਗਾ, ਇੱਕ ਹੁੰਦਾ ਚੇਤਨ, ਇੱਕ ਅਚੇਤਨ, ਇੱਕ ਅਰਧ ਚੇਤਨ, ਹੈ ਨਾ। ਚੇਤਨ ਦਾ ਮਤਲਬ ਕੀ ਹੁੰਦਾ ਗਾ? ਕਿ ਹੁਣ ਦੇਖੋ ਜਿਵੇਂ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ, ਹੈ ਨਾ, ਮੈਂ ਚੇਤਨ ਆ ਵੀ ਮੈਨੂੰ ਪਤਾ ਹੈਗਾ ਵੀ ਮੇਰੇ ਆਲੇ ਦੁਆਲੇ ਕੀ ਹੋ ਰਿਹਾ, ਮੈਂ ਇਹ ਕੰਮ ਕਰ ਰਹੀ ਹੈਗੀ, ਜਾਂ ਬਾਹਰ ਵੀ ਕੀ ਹੋ ਰਿਹਾ ਹੈਗਾ, ਮੈਨੂੰ ਸਭ ਕੁਝ ਸੁਣ ਰਿਹਾ, ਹੈ ਨਾ। ਭਾਵ ਕਿ ਵੀ ਮੈਂ ਉਹ ਅਵਸਥਾ ਦੇ ਵਿੱਚ ਨਹੀਂ ਹੈਗੀ ਕਿ ਮੈਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ, ਵੀ ਸਮਝਦੇ ਹੋਏ, ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਨੇਮ ਯੁਕਤਾਂ ਨੂੰ ਆਧਾਰ ਬਣਾਇਆ ਜਾਵੇ, ਉਹ ਕੰਮ ਨੂੰ ਕੀਤਾ ਜਾਵੇ, ਉਸ ਨੂੰ ਕੀ ਕਿਹਾ ਜਾਂਦਾ ਹੈਗਾ? ਲਾਂਗ। ਨੈਕਸਟ ਕੁਐਸਚਨ ਦੇਖੋ, ਪੈਰੋਲ ਤੋਂ ਕੀ ਭਾਵ ਹੈ? ਸਿਉਸਰ ਦੇ ਤੋਂ। ਜਦੋਂ ਅਚੇਤਨ ਹੀ ਨੇਮ ਯੁਕਤਾਂ ਨੂੰ ਕੀ ਨਿਯਮ ਜਿਹੜੇ ਲਾਗੂ ਹੋ ਜਾਣ, ਜਦੋਂ ਲਾਂਗ ਦੀ ਰਚਨਾ ਕਰਦੇ ਹੋਏ ਰਚਨਹਾਰੇ ਦਾ ਆਪਾ ਉਸ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ, ਜਾਂ ਜਦੋਂ ਆਪਾਂ ਉਸ ਦਾ ਸ਼ਾਮਿਲ ਨਹੀਂ ਹੁੰਦਾ। ਕਿਸੇ ਵਿਅਕਤੀ ਦੀ ਗੱਲ ਕਰ ਰਿਹਾ ਇਹ, ਜਾਂ ਕੋਈ ਵੀ ਨਹੀਂ। ਹੁਣ ਦੇਖੋ ਇਸ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ, ਪੈਰੋਲ ਦਾ ਭਾਵ ਕੀ ਹੁੰਦਾ ਹੈ? ਜਦੋਂ ਲਾਂਗ ਦੀ ਰਚਨਾ ਕਰਦੇ ਹੋਏ, ਜਿਵੇਂ ਆਪਾਂ ਪਹਿਲਾਂ ਕਹਿ ਰਹੇ ਸੀ ਨਾ ਚੇਤਨ ਦੀ, ਹੁਣ ਦੇਖੋ ਕੀ ਸੀਗਾ ਇੱਥੇ ਕਿ ਚੇਤਨ ਹੀ ਨੇਮ ਯੁਕਤਾਂ ਨੂੰ ਆਧਾਰ ਬਣਾਇਆ ਜਾਵੇ, ਭਾਵ ਕਿ ਜਦੋਂ ਲਾਂਗ ਦੀ ਰਚਨਾ ਕਰ ਰਹੇ ਆਪਾਂ ਨੇਮ ਯੁਕਤਾਂ ਨੂੰ ਆਧਾਰ ਬਣਾ ਰਹੇ ਚੇਤਨ ਰੂਪ ਦੇ ਵਿੱਚ, ਉਹ ਕਰਦੇ ਹੋਏ ਜਿਹੜਾ ਰਚਨਹਾਰ ਹੈਗਾ, ਭਾਵ ਜਿਹੜਾ ਇਸ ਦੀ ਰਚਨਾ ਕਰ ਰਿਹਾ ਹੈਗਾ, ਲਿਖ ਰਿਹਾ ਹੈਗਾ, ਜਦੋਂ ਉਹਦਾ ਆਪਾਂ ਇਸ ਦੇ ਵਿੱਚ ਸ਼ਾਮਿਲ ਹੋ ਜਾਂਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈਗਾ? ਪੈਰੋਲ ਕਿਹਾ ਜਾਂਦਾ। ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਇੰਨੀ ਕੁ ਗੱਲ ਸਮਝ ਆ ਗਈ ਹੋਊਗੀ। ਸੋ ਥੈਂਕ ਯੂ। ਮਿਲਦੇ ਹਾਂ ਕੱਲ੍ਹ ਨੂੰ ਇਸੇ ਟਾਈਮ 'ਤੇ ਇੱਕ ਨਵੀਂ ਵੀਡੀਓ ਦੇ ਨਾਲ। ਕੱਲ੍ਹ ਨੂੰ ਜਿਹੜੇ ਤੁਹਾਡੇ 25 ਲੈਕਚਰ ਪੂਰੇ ਹੋ ਜਾਣਗੇ, ਉਸ ਤੋਂ ਬਾਅਦ ਦੇਖਦੇ ਇੱਕ ਨਵੀਂ ਅਪਡੇਟ ਹੋਰ ਕੀ ਕਰ ਸਕਦੇ ਹਾਂ ਅਸੀਂ ਤੁਹਾਡੇ ਲਈ। ਸੋ ਥੈਂਕ ਯੂ। ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਕਿਤੇ ਵੀ ਕੋਈ ਕਮੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਸੋ ਥੈਂਕ ਯੂ।